ਗੁੱਡ ਮੋਰਨਿੰਗ ਪਿਆਰੇ ਬੱਚਿਓ। ਅੱਜ ਅਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਿੱਤਾ ਹੋਇਆ ਪਾਠ ਦੂਸਰਾ ਊਂਠ ਕਿੱਥੇ ਗਿਆ ਪੜ੍ਹਾਂਗੇ। ਸੋ ਬੱਚੇ, ਇਸ ਪਾਠ ਦਾ ਨਾਮ ਹੈ ਊਂਠ ਕਿੱਥੇ ਗਿਆ। ਸੋ ਚਲੋ ਪੜ੍ਹਨਾ ਸ਼ੁਰੂ ਕਰੀਏ। ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਕਹਾਣੀ ਯਾਦ ਆ ਗਈ। ਉਹ ਖੁੱਲ੍ਹ ਕੇ ਹੱਸੀ। ਕਹਾਣੀ ਹੱਸਣ ਵਾਲੀ ਹੀ ਸੀ। ਕਹਾਣੀ ਇਸ ਤਰ੍ਹਾਂ ਸੀ। ਸੋ ਇਸ ਤੋਂ ਬਾਅਦ ਅੱਗੇ ਕਹਾਣੀ ਸ਼ੁਰੂ ਹੋ ਲੱਗੀ ਹੈ। ਕਰੀਮੂ ਕੋਲ 10 ਊਂਠ ਸਨ। ਉਸ ਦੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਊਂਠਾਂ ਦੀ ਮੰਡੀ ਲੱਗਦੀ ਸੀ। ਕਰੀਮੂ ਨੇ ਆਪਣੇ ਊਂਠ ਉਸ ਮੰਡੀ ਵਿੱਚ ਲੈ ਕੇ ਜਾਣੇ ਸਨ। ਯਾਨੀ ਕਿ ਕਰੀਮੂ ਕੋਲ 10 ਊਂਠ ਸਨ ਜੋ ਕਿ ਉਸਨੇ ਆਪਣੀ ਮੰਡੀ ਵਿੱਚ ਲੈ ਕੇ ਜਾਣਾ ਸੀ। ਰਾਹ ਲੰਮਾ ਤੇ ਰੇਤਲਾ ਸੀ, ਇਸ ਲਈ ਕਰੀਮੂ ਸਵੇਰੇ ਹੀ ਊਂਠਾਂ ਨੂੰ ਲੈ ਤੁਰਿਆ। ਉਸਨੇ ਊਂਠਾਂ ਨੂੰ ਕਤਾਰ ਵਿੱਚ ਤੋਰਿਆ। ਇੱਕ ਊਂਠ ਦੀ ਨਕੇਲ ਉਸ ਤੋਂ ਅਗਲੇ ਊਂਠ ਦੀ ਮੁਹਾਰ ਨਾਲ ਬੰਨ੍ਹ ਦਿੱਤੀ। ਠੀਕ ਹੈ, ਨਕੇਲ ਯਾਨੀ ਕਿ ਊਂਠ ਦੇ ਨੱਕ ਵਿੱਚ ਪਾਏ ਜਾਣ ਵਾਲੀ ਰੱਸੀ ਨੂੰ ਕਹਿੰਦੇ ਹਨ। ਔਰ ਉਹ ਕਿਹਦੇ ਨਾਲ ਬੰਨ੍ਹੀ ਗਈ ਸੀ? ਅਗਲੇ ਊਂਠ ਦੀ ਮੁਹਾਰ ਯਾਨੀ ਉਸ ਦੇ ਪਿੱਛੇ ਵਾਲੇ ਹਿੱਸੇ ਨੂੰ। ਇਸ ਤਰ੍ਹਾਂ ਸਾਰੇ ਊਂਠ ਇੱਕ ਦੇ ਪਿੱਛੇ ਇੱਕ ਤੁਰਨ ਲੱਗੇ। ਯਾਨੀ ਕਿ ਇੱਕ ਊਂਠ ਨੂੰ ਦੂਸਰੇ ਊਂਠ ਨਾਲ ਇੱਕ ਤਰ੍ਹਾਂ ਨਾਲ ਜੋੜ ਦਿੱਤਾ ਤਾਂ ਕਿ ਉਹ ਇੱਧਰ ਉੱਧਰ ਨਾ ਜਾਣ ਔਰ ਇੱਕੋ ਲਾਈਨ ਵਿੱਚ ਚੱਲਦੇ ਰਹਿਣ। ਸੂਰਜ ਉੱਚਾ ਹੋਇਆ, ਰੇਤਲਾ ਰਾਹ ਭਖਣ ਲੱਗਾ। ਊਂਠਾਂ ਨੂੰ ਰੇਤਲੇ ਰਾਹ ਉੱਤੇ ਤੁਰਨਾ ਔਖਾ ਨਹੀਂ ਸੀ ਲੱਗਦਾ। ਕਰੀਮੂ ਲਈ ਰੇਤ ਉੱਤੇ ਤੁਰਨਾ ਸੌਖਾ ਨਹੀਂ ਸੀ। ਉਹ ਚੱਲਦਾ ਚੱਲਦਾ ਥੱਕ ਗਿਆ ਸੀ। ਰਾਹ ਵਿੱਚ ਕੋਈ ਰੁੱਖ ਨਹੀਂ ਸੀ। ਰੇਤਲੇ ਇਲਾਕੇ ਵਿੱਚ ਰੁੱਖ ਤਾਂ ਦੂਰ ਦੂਰ ਤੱਕ ਵੀ ਨਹੀਂ ਸਨ। ਕਰੀਮੂ ਨੇ ਸੋਚਿਆ ਕਿ ਅਖੀਰਲੇ ਊਂਠ ਉੱਤੇ ਬੈਠਿਆ ਜਾਵੇ। ਇਸ ਤਰ੍ਹਾਂ ਨਾਲ ਅੱਗੇ ਤੁਰਦੇ ਸਾਰੇ ਊਂਠ ਦਿਸਦੇ ਰਹਿਣਗੇ। ਯਾਨੀ ਕਿ ਕਰੀਮੂ ਨੇ ਸੋਚਿਆ ਕਿ ਸਭ ਤੋਂ ਪਿੱਛੇ ਬੈਠਣਾ ਹਾਂ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਬਾਕੀ ਦੇ ਸਾਰੇ ਊਂਠ ਉਸ ਦੇ ਨਾਲ ਚੱਲ ਰਹੇ ਹਨ, ਕੋਈ ਰੁਕ ਤੇ ਨਹੀਂ ਗਿਆ। ਕਰੀਮੂ ਊਂਠ ਉੱਤੇ ਬੈਠ ਗਿਆ। ਆਰਾਮ ਨਾਲ ਬੈਠਾ ਉਹ ਕੋਈ ਗੀਤ ਗੁਣਗੁਣਾਉਣ ਲੱਗਿਆ। ਊਂਠਾਂ ਦੇ ਗੱਲਾਂ ਵਿੱਚ ਬੰਨ੍ਹੀਆਂ ਟੱਲੀਆਂ ਟੁਣਕ ਰਹੀਆਂ ਸਨ। ਫਿਰ ਉਹ ਪਾਲ ਵਿੱਚ ਤੁਰਦੇ ਊਂਠਾਂ ਨੂੰ ਵੇਖਣ ਲੱਗਿਆ। ਉੱਚੇ ਉੱਚੇ ਊਂਠ ਤੇ ਨਾਲ ਉਹਨਾਂ ਦੇ ਲੰਮੇ ਲੰਮੇ ਪਰਛਾਵੇਂ ਦਿਖਾਈ ਦੇ ਰਹੇ ਸਨ। ਅਚਾਨਕ ਕਰੀਮੂ ਆਪਣੇ ਅੱਗੇ ਜਾਂਦੇ ਊਂਠਾਂ ਨੂੰ ਗਿਣਨ ਲੱਗਿਆ। 1 2 3 ਐਵੇਂ ਗਿਣਦੇ ਗਿਣਦੇ ਉਹ ਕਿਹੜੀ ਗਿਣਤੀ ਤੱਕ ਪਹੁੰਚ ਗਿਆ? 8 9 ਹੈ। ਇਹ ਕੀ? ਊਂਠ ਤਾਂ 10 ਸਨ, 9 ਕਿਵੇਂ ਰਹਿ ਗਏ? ਕਰੀਮੂ ਆਪਣੇ ਨਾਲ ਜਦੋਂ ਮੰਡੀ ਲਈ ਤੁਰਿਆ ਸੀ ਤਾਂ 10 ਊਂਠ ਲੈ ਕੇ ਤੁਰਿਆ ਸੀ, ਲੇਕਿਨ ਜਦੋਂ ਉਸਨੇ ਗਿਣਤੀ ਕੀਤੀ ਤਾਂ ਊਂਠਾਂ ਦੀ ਗਿਣਤੀ ਕਿੰਨੀ ਆਈ? 9। ਔਰ ਉਹ ਹੈਰਾਨ ਹੋ ਗਿਆ। ਕਰੀਮੂ ਘਾਬਰ ਕੇ ਹੇਠਾਂ ਉਤਰਿਆ। ਫਿਰ ਉਹ ਊਂਠਾਂ ਨੂੰ ਗਿਣਨ ਲੱਗਾ। ਊਂਠ 10 ਹੀ ਨਿਕਲੇ। ਉਸ ਨੂੰ ਸ਼ਾਇਦ ਭੁਲੇਖਾ ਲੱਗ ਗਿਆ ਸੀ। ਯਾਨੀ ਕਿ ਜਦੋਂ ਉਸਨੇ ਦੇਖਿਆ ਊਂਠ 9 ਹਨ ਤਾਂ ਉਸਨੇ ਫਟਾਫਟ ਨੀਚੇ ਉਤਰਿਆ ਔਰ ਦੁਬਾਰਾ ਗਿਣਤੀ ਕੀਤੀ ਔਰ ਦੁਬਾਰਾ ਗਿਣਨ 'ਤੇ ਊਂਠ 10 ਹੋ ਗਏ। ਇਸ ਪਿੱਛੋਂ ਉਹ ਮੁੜ ਊਂਠ ਉੱਤੇ ਜਾ ਬੈਠਿਆ। ਉਸ ਨੇ ਊਂਠ ਉੱਤੇ ਬੈਠਦਿਆਂ ਹੀ ਊਂਠਾਂ ਨੂੰ ਫਿਰ ਤੋਂ ਗਿਣਨਾ ਸ਼ੁਰੂ ਕਰ ਦਿੱਤਾ। 1 2 3 4 8 9। ਹਾਏ, ਊਂਠ ਤਾਂ ਫਿਰ ਹੀ 9 ਹੀ ਰਹਿ ਗਏ ਨੇ। ਇੱਕ ਊਂਠ ਕਿੱਥੇ ਗਿਆ? ਯਾਨੀ ਕਿ ਜਦੋਂ ਉੱਪਰ ਬੈਠੇ ਉਸਨੇ ਦੁਬਾਰਾ ਗਿਣਤੀ ਕੀਤੀ ਤਾਂ ਊਂਠਾਂ ਦੀ ਗਿਣਤੀ ਫਿਰ 9 ਹੋ ਗਈ। ਕਰੀਮੂ ਬੇਚੈਨ ਹੋ ਗਿਆ। ਉਹ ਊਂਠ ਤੋਂ ਛਾਲ ਮਾਰ ਕੇ ਹੇਠਾਂ ਉਤਰਿਆ। ਉਸ ਨੇ ਸਾਰੇ ਊਂਠ ਖੜ੍ਹਾ ਲਏ। ਫਿਰ
ਹਰੇਕ ਨੂੰ ਹੱਥ ਲਾ ਲਾ ਕੇ ਗਿਣਨ ਲੱਗਿਆ। ਉਸਨੇ ਸੁੱਖ ਦਾ ਸਾਹ ਲਿਆ। ਊਂਠ 10 ਹੀ ਸਨ। ਇਸ ਪਿੱਛੋਂ ਕਰੀਮੂ ਊਂਠ ਉੱਤੇ ਨਾ ਬੈਠਿਆ। ਊਂਠ ਉੱਤੇ ਬੈਠਣ ਨਾਲ ਇੱਕ ਊਂਠ ਘੱਟ ਜਾਂਦਾ ਹੈ। ਇੰਨਾ ਮਹਿੰਗਾ ਊਂਠ ਨਾ ਬਾਬਾ ਨਾ, ਮੈਂ ਤਾਂ ਔਖਾ ਸੌਖਾ ਪੈਦਲ ਹੀ ਚੱਲਾਂਗਾ। ਜਦੋਂ ਵੀ ਬਾਬਾ ਜੀ ਇਹ ਕਹਾਣੀ ਸੁਣਾਉਂਦੇ ਹਨ ਤਾਂ ਅਸੀਂ ਖੂਬ ਹੱਸਦੇ ਹਾਂ। ਸੋ ਬੱਚੋ, ਤੁਹਾਨੂੰ ਪਤਾ ਲੱਗਿਆ ਕਿ ਇਸ ਵਿੱਚ ਹਾਸੇ ਵਾਲੀ ਕਿਹੜੀ ਗੱਲ ਹੈ। ਸੋ ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਰੀਮੂ ਜਦੋਂ ਊਂਠ 'ਤੇ ਬੈਠ ਕੇ ਗਿਣਤੀ ਕਰਦਾ ਸੀ ਤਾਂ ਊਂਠ 9 ਰਹਿ ਜਾਂਦੇ ਸਨ, ਲੇਕਿਨ ਜਦੋਂ ਊਂਠ ਤੋਂ ਨੀਚੇ ਉਤਰ ਕੇ ਗਿਣਦਾ ਸੀ ਤਾਂ ਗਿਣਤੀ ਪੂਰੀ 10 ਦੇ 10 ਹੁੰਦੀ ਸੀ। ਯਾਨੀ ਕਿ ਜਦੋਂ ਉੱਪਰ ਬੈਠ ਕੇ ਗਿਣਤੀ ਕਰਦਾ ਸੀ ਤਾਂ ਉਹ ਜਿਸ ਊਂਠ ਉੱਤੇ ਬੈਠਦਾ ਸੀ ਉਹਨੂੰ ਗਿਣਦਾ ਨਹੀਂ ਸੀ, ਇਸ ਲਈ 9 ਊਂਠ ਹੀ ਉਸਨੂੰ ਨਜ਼ਰ ਆਉਂਦੇ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਉਸਨੂੰ ਇਹ ਗੱਲ ਸਮਝ ਨਹੀਂ ਲੱਗੀ। ਉਹ ਇਹ ਸੋਚਣ ਲੱਗਾ ਕਿ ਉੱਪਰ ਬੈਠਣ ਨਾਲ ਊਂਠ ਘੱਟ ਜਾਂਦੇ ਹਨ, ਇਸ ਲਈ ਉਹ ਨੀਚੇ ਹੀ ਨਾਲ ਪੈਦਲ ਤੁਰੇਗਾ ਤਾਂ ਕਿ ਊਂਠਾਂ ਦੀ ਗਿਣਤੀ 10 ਹੀ ਰਹੇ। ਸੋ ਬੱਚੋ, ਇੱਕ ਬਹੁਤ ਹੀ ਮਜ਼ੇਦਾਰ ਕਹਾਣੀ ਹੈ। ਇਸ ਨੂੰ ਧਿਆਨ ਨਾਲ ਰੀਡ ਕਰਨਾ ਔਰ ਇਸ ਦੇ ਨਾਲ ਦਿੱਤੇ ਹੋਏ ਇਹ ਸ਼ਬਦ ਅਰਥ ਆਪਣੀ ਕਾਪੀਆਂ 'ਤੇ ਲਿਖਣਾ ਔਰ ਇਸ ਦੀ ਪ੍ਰੈਕਟਿਸ ਕਰਨਾ। ਥੈਂਕ ਯੂ।